अस्सलाम वालेकुम। मैं एक सोशल वर्कर हूँ। आज मेरे साथ ये दो लेडीज़ हैं जिनके साथ सियालकोट में बहुत ही घिनौना किस्म का जुल्म हुआ है। इनको ब्लैकमेल किया जा रहा है, इनके साथ इनको धमकियाँ दी जा रही हैं, जिसकी वजह से ये बहुत ज़्यादा परेशान। सियालकोट में शाहबाद चौक में एक एनी नाम की औरत है जो कि प्रॉपर्टी डीलर का काम करती है। उसने इनके साथ जालसाजी की है, इनको ब्लैकमेल किया, इनसे पैसे ठगे हैं और उसके बाद इनको ब्लैकमेल ये किया कि पैसे इस शर्त पर वापस मिलेंगे, जो कि आप बाकी बातें इन्हीं की जुबानी सुन लेंगे। मेरी बहन तुसी दसो कि ਤੁਹਾਡੇ ਨਾਲ ਕੀ ਹੋਇਆ ਕਿ ਉਹਨੇ ਕਿਸ ਤਰ੍ਹਾਂ ਤੁਹਾਨੂੰ ਬਲੈਕਮੇਲ ਕੀਤਾ? ਬਾਜੀ ਪਹਿਲੇ ਤੇ ਅਸੀਂ ਨੰਬਰ ਤੇ ਮਾਰੇ ਆ। ਲੋਕਾਂ ਦਾ ਕੰਮ ਕਰੀਦਾ, ਫੈਕਟਰੀਆਂ 'ਚ ਕਰੀਦਾ, ਘਰਾਂ 'ਚ ਕਰੀਦਾ, ਬਾਹਰ ਕਰੀਦਾ, 1-1 ਰੁਪਈਆ ਕਰਕੇ ਕਮਾ ਕੇ ਆਪੀ ਤੇ ਨੀਸਾਂ ਖਾਂਦੇ, ਬੱਚਿਆਂ ਦੇ ਮੂੰਹ 'ਚੋਂ ਵੀ ਕੱਢ ਕੇ 1-1 ਰੁਪਈਆ ਜੋੜ ਕੇ ਤੇ ਅਸੀਂ ਕਿਹਾ ਚਲੋ ਸਾਡਾ ਆਪਣਾ ਮਕਾਨ ਬਣ ਜੇ। ਅਸੀਂ ਕਿਰਾਇਆ ਨਹੀਂ ਦੇ ਸਕਦੇ, ਮਾਰੇ ਲੋਕ ਆ, ਅਸੀਂ ਕਿਤੋਂ ਰੋਟੀ ਪੂਰੀ ਕਰਾਂਗੇ ਕਿ ਜਾਂ ਅਸੀਂ ਆਪਣਾ ਘਰ ਪੂਰਾ ਕਰਾਂਗੇ? ਕੀ ਕਰਾਂਗੇ? ਅਸੀਂ ਮਜਬੂਰ ਹੋ ਕੇ ਇੱਕ ਆਇਨੀ ਨਾਂ ਦੀ ਲੜਕੀ ਸੀ ਜਿਹਦੇ ਕੋਲ ਸਾਨੂੰ ਜਾਣਾ ਪਿਆ। ਉੱਥੇ ਜਾ ਕੇ ਉਹਨੇ ਕਿਹਾ ਤੁਹਾਨੂੰ ਅਸੀਂ ਪਲਾਟ ਲੈ ਦੇਨੇ ਆ। ਠੀਕ ਹੈ, ਕਿਹੜਾ ਪਲਾਟ ਤੁਹਾਨੂੰ ਲੈ ਕੇ ਦੇਗੀ ਉਹ? ਇਹ ਵੀ ਨਹੀਂ ਉਹਨੇ ਦੱਸਿਆ। ਉਹਨੇ ਕਿਹਾ ਮੈਨੂੰ 50-50 25-25 ਰੁਪਈਆ ਲੱਖ ਰੁਪਈਆ ਦੇ ਦੋਗੇ, ਅਸੀਂ ਤੁਹਾਨੂੰ ਜਿਹੜੇ ਨਾ ਕਾਗਜ਼ ਬਣਾ ਕੇ ਦੇ ਦਾਂਗੇ, ਤੁਸੀਂ ਦੁਬਾਰਾ ਆਓਗੇ। ਜੇ ਅਗਰ ਅਸੀਂ ਹੁਣ ਲੱਖ ਰੁਪਈਆ ਉਹਨੂੰ ਦਿੱਤਾ ਹੈ, ਉਹ ਹੁਣ ਨਹੀਂ ਪਈ ਮੰਨਦੀ। ਅਸੀਂ ਉਹਦੇ ਦਫ਼ਤਰ ਗਏ ਆ, ਉਹਨੇ ਬੰਦਿਆਂ ਦੀ ਇਹ ਮੇਰੇ ਨਾਲ ਆਏ ਨੇ ਬਾਜੀ, ਅਸੀਂ ਦੋ ਵੀ ਇੱਕੋ ਹੀ ਮਹੱਲੇ ਦੀਆਂ। ਇਹਨੇ ਵੀ ਪੈਸੇ ਦਿੱਤੇ ਨੇ, ਮੈਂ ਵੀ ਪੈਸੇ। ਬਲੈਕਮੇਲ ਕਰਦੀ ਗੇ ਪਈ, ਬੰਦਿਆਂ ਦੀ ਧਮਕੀਆਂ ਲਾ ਰਹੀ ਏ। ਪਹਿਲੇ ਕਹਿੰਦੀ ਹੈ ਤੁਹਾਨੂੰ ਬੰਦੇ ਮਿਲਾਨੀ ਆ, ਗਲਤ ਕੰਮ ਕਰਵਾਨੀ ਆ। ਅਸੀਂ ਮਜਬੂਰ ਹੋ ਕੇ ਬਾਜੀ ਤੁਹਾਡੇ ਕੋ ਆਇਆ। ਅੱਲਾ ਦਾ ਵਾਸਤਾ ਕਰਕੇ ਸਾਡੀ ਜਿਹੜੀ ਹੈ ਨਾ ਗੱਲ ਅੱਗੇ ਫਰਿਆਦ ਕਰਵਾਓ। ਮੈਂ ਕੱਲੀ ਨਹੀਂ, ਨਾ ਲੈ ਵੀ ਜੇ। ਉਸ ਤੋਂ ਬਾਅਦ ਹੋਰੇ ਉੱਥੇ ਕਿੰਨੀਆਂ ਕਾਈਆਂ ਨੇ ਜਿਹੜੀਆਂ ਰੋਂਦੀਆਂ ਨੇ ਪਈਆਂ, ਕਲਪਦੀਆਂ। ਨਾਲ ਉਹਨੇ ਪਾਰਲਰ ਖੋਲਿਆ ਤੇ ਨਾਲ ਉਹਨੇ ਪ੍ਰਾਪਰਟੀ ਡੀਲਰ ਖੋਲੀ ਦੀ ਹੈ। ਇਹ ਪਹਿਲੇ ਸਾਨੂੰ ਪਤਾ ਨਹੀਂ ਸੀ ਇੰਨੀਆਂ ਗੱਲਾਂ ਦਾ। ਦੱਸੋ ਬਾਜੀ। बाजी ਅਸੀਂ ਮਜ਼ਦੂਰੀ ਕਰਕੇ ਆਪਣਾ ਪੇਟ ਕੱਟ ਕੇ, ਛੋਟੇ ਸਾਦੇ ਮੇਰੇ ਬੱਚੇ ਨੇ, ਇੱਕ ਬੇਟੀ ਹੈ ਇੱਕ ਬੇਟਾ ਹੈ, ਠੀਕ ਹੈ। ਆਪਣਾ ਪੇਟ ਕੱਟ ਕੇ ਅਸੀਂ ਉਹਨੂੰ ਪੈਸੇ ਜਮ੍ਹਾਂ ਕਰਾਏ ਨੇ। ਪਹਿਲੇ ਉਹ ਸਾਡੇ ਨਾਲ ਬੜੀ ਮਿੱਠੀ ਰਹੀ, ਸਾਡੇ ਕੋਲੋਂ ਪੈਸੇ ਲੈਂਦੀ ਰਹੀ ਹੈ। ਸਾਨੂੰ ਉਹਨੇ ਸਟਾਂਪ ਵੀ ਦਿੱਤਾ, ਪੈਸੇ ਲੈ ਕੇ ਉਹਨੇ ਕਿਹਾ ਮੈਂ ਤੁਹਾਨੂੰ 3 ਮਹੀਨਿਆਂ ਬਾਅਦ ਜਿਹੜਾ ਨਾ ਤੁਹਾਡੇ ਪਲਾਟ ਦੇ ਦਾਂਗੀ, ਤੁਸੀਂ 2.5-3 ਲੱਖ ਰੁਪਇਆ ਜਮ੍ਹਾਂ ਕਰਾਓ। ਫਿਰ ਅਸੀਂ ਉਹਦੇ ਕੋਲ ਪੈਸੇ ਜਮ੍ਹਾਂ ਕਰਾਏ ਨੇ। ਪੈਸੇ ਜਮ੍ਹਾਂ ਕਰਾ ਕੇ ਜਦੋਂ ਅਸੀਂ ਉਹਦੇ ਕੋਲੋਂ ਪਲਾਟ ਮੰਗਿਆ, ਫਾਰਮ ਮੰਗਿਆ, ਉਹਨੇ ਸਾਨੂੰ ਕਿਹਾ ਨਹੀਂ ਤੁਸੀਂ ਸਟਾਂਪ ਲੈ ਕੇ ਆ ਜਾਓ। ਫਿਰ ਅਸੀਂ ਉਹਦੇ ਦਫ਼ਤਰੇ ਸਟਾਂਪ ਲੈ ਕੇ ਗਏ, ਉਹਨੇ ਸਾਡੇ ਨਾਲ ਬਦਤਮੀਜ਼ੀ ਕਰਵਾਈ ਹੈ, ਠੀਕ ਹੈ। ਸਾਡੀ ਇੱਜ਼ਤ ਨੂੰ ਵੀ ਉਹਨੇ ਹਮਲਾ ਕਰਵਾਇਆ ਸਾਡੇ ਉੱਤੇ, ਠੀਕ ਹੈ। ਸਾਡੇ ਨਾਲ ਬਦਤਮੀਜ਼ੀ ਕਰਾਈਏ, ਗਾਲੀ ਗਲੋਚ ਕਰਾਈਏ। 2-3-4 ਚੱਕਰ ਅਸੀਂ ਉਹਦੇ ਕੋਲ ਗਏ ਹਾਂ। ਫੋਨ ਉਹ ਸਾਡਾ ਚੁੱਕਦੀ ਨਹੀਂ, ਪੈਸੇ ਉਹ ਸਾਡੇ ਖਾ ਗਈ ਹੈ। ਬੰਦਾ ਮੇਰਾ ਮਜ਼ਦੂਰੀ ਕਰਦਾ, ਮੈਂ ਆਪ ਮਜ਼ਦੂਰੀ ਕਰਨੀ ਆ ਤੇ ਮੈਂ ਕਿੱਥੇ ਜਾਵਾਂ? ਸਾਨੂੰ ਤੁਹਾਡਾ ਪਤਾ ਲੱਗਿਆ, ਅਸੀਂ ਬੜੀ ਮੁਸ਼ਕਲ ਤੁਹਾਨੂੰ ਲੱਭ ਕੇ ਤੁਹਾਡੇ ਕੋਲ ਆਏ ਹਾਂ ਕਿ ਸਾਡੀ ਗੱਲ ਅੱਗੇ ਪਹੁੰਚਾਈ ਜਾਏ। ਕੋਈ ਡਸਕੇ ਦਾ ਚੇਅਰਮੈਨ ਬੰਦਾ ਜਿਹੜਾ ਸਾਨੂੰ ਧਮਕੀਆਂ ਲਾਉਂਦਾ ਹੈ ਪਿਆ, ਠੀਕ ਹੈ, ਕਿ ਤੁਹਾਨੂੰ ਇਹ ਕਰ ਦਾਂਗੇ, ਇਹ ਕਰ ਦਾਂਗੇ, ਇੰਜ ਕਰ ਦਾਂਗੇ ਜੇ ਤੁਸੀਂ ਅੱਗੇ ਗਈਆਂ। ਤੇ ਸਾਨੂੰ ਦੱਸੋ ਅਸੀਂ ਕਿਹੜੇ ਪਾਸੇ ਜਾਈਏ? ਅਸੀਂ ਆਰਮੀ ਚੀਫ ਸਾਹਿਬ, IG ਪੰਜਾਬ ਸਾਹਿਬ, ਵਜ਼ੀਰ ਆਜ਼ਮ ਸਾਹਿਬ ਨਾਲ ਅਸੀਂ ਇਸ ਚੀਜ਼ ਦੀ ਅਪੀਲ ਕਰਨੇ ਆ ਕਿ ਕਿਆ ਇਹ ਔਰਤਾਂ ਇਸ ਮਾਮਲੇ ਦੇ ਵਿੱਚ ਆ ਕੇ, ਇਸ ਬਲੈਕਮੇਲਿੰਗ ਦੇ ਵਿੱਚ ਆ ਕੇ ਇਨਸਾਫ ਹਾਸਲ ਕਰਨ ਵਾਸਤੇ ਕਿਆ ਉਸ ਔਰਤ ਦੀ ਬਲੈਕਮੇਲਿੰਗ ਦਾ ਸ਼ਿਕਾਰ ਹੋ ਜਾਣ, ਜਾਂ ਇਹਨਾਂ ਨੂੰ ਇਹ ਤੁਹਾਡੀਆਂ ਬੇਟੀਆਂ ਜਿਹੜੀਆਂ ਸਿਆਲਕੋਟ ਦੀਆਂ ਬੇਟੀਆਂ ਨੇ, ਇਹਨਾਂ ਨਾਲ ਕੀ ਕੀਤਾ ਜਾਏਗਾ? ਕਿਆ ਇਹਨਾਂ ਨੂੰ ਇਨਸਾਫ ਮਿਲੇਗਾ ਜਾਂ ਸਾਨੂੰ ਇਨਸਾਫ ਮੁਹੱਈਆ ਕੀਤਾ ਜਾਏਗਾ? ਜਿਹੜੀ ਕਿ ਬਹੁਤ ਜ਼ਿਆਦਾ, ਇਹ ਨਹੀਂ ਕਿ ਇਹ ਮੰਜ਼ਰੇ ਆਮ ਤੇ ਆ ਗਈਆਂ ਨੇ, ਇਸ ਤੋਂ ਇਲਾਵਾ ਵੀ ਸਿਆਲਕੋਟ ਦੇ ਬਹੁਤ ਸਾਰੇ ਲੋਕ ਨੇ ਜਿਹੜੇ ਇਸ ਤਰ੍ਹਾਂ ਦੀਆਂ ਬਲੈਕਮੇਲਿੰਗ ਔਰਤਾਂ ਦੇ ਝਾਂਸੇ ਦੇ ਵਿੱਚ ਆ ਕੇ ਤੇ ਜ਼ਲੀਲ ਹੋ ਗਏ ਨੇ, ਬਲੈਕਮੇਲ ਹੋ ਗਏ ਨੇ, ਆਪਣੀ ਇੱਜ਼ਤ ਤੋਂ ਡਰਦੇ, ਇੰਟਰਨੈਟ ਤੇ ਮੀਡੀਆ ਤੇ ਪੁਲਿਸ ਦੇ ਕੋਲ ਜਾਣ ਤੋਂ ਡਰਦੇ ਨੇ।